ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਲਾਮ ਹੋਵੇ। ਜਾਤਕਾਂ, ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਿਰ ਜਮੀਲ ਹਾਜ਼ਰ ਖਿਦਮਤ ਹੈ ਔਰ ਅੱਜ ਦੀ ਗੱਲ ਅਸੀਂ ਕਰ ਰਹੇ ਹਾਂ CTS ਦੇ ਜਿਹੜੇ UK ਚੈਪਟਰ ਦੇ ਡਾਇਰੈਕਟਰ ਨੇ ਔਰ ਐਡਵੋਕੇਟ ਨੇ ਔਰ ਜਿਹੜੇ ਪਾਰਲੀਮੈਂਟਰੀ ਜਿਹੜੇ ਨੇ ਸੈਕਟਰੀ ਰਹੇ ਫਿਸ਼ਰੀ ਐਂਡ ਲਾਈਵ ਸਟਾਕ ਦੇ ਔਰ ਮਾਈਨੋਰਿਟੀ ਇਨਕਲਾਬੀ ਤਹਿਰੀਕ ਦੇ ਪਾਰਲੀਮਾਨੀ ਲੀਡਰ ਵੀ ਰਹੇ ਸਿੰਧ ਅਸੈਂਬਲੀ ਦੇ ਵਿੱਚ। ਇਹਨਾਂ ਦਾ ਇਹ ਤਾਰਫ ਉਹ ਵੇ ਜਿਹੜਾ ਆਫੀਸ਼ੀਅਲ ਹੈ, ਪਰ ਜਿਹੜਾ ਮੇਰੇ ਦਿਲ ਦਾ ਤਾਰਫ ਹੈ ਉਹ ਇਹ ਵੇ ਕਿ ਘਰ ਘਰ ਜੰਮਣ ਚਿੜੀਆਂ ਤੇ ਘਰ ਘਰ ਜੰਮਣ ਕਾਂ, ਪਰ ਵਿਰਲੇ ਵਾਂਝੇ ਜੰਮਦੇ ਉਹ ਹੰਸ ਜਿਨ੍ਹਾਂ ਦੇ ਨਾਂ। ਤੁਸੀਂ ਮੇਰੀ ਇਸ ਗੱਲ ਦੇ ਨਾਲ ਉਦੋਂ ਮੁਤਫਿਕ ਹੋਵੋਗੇ ਜਦੋਂ ਤੁਸੀਂ ਅਗਲਾ ਮੇਰਾ ਪੂਰਾ ਪ੍ਰੋਗਰਾਮ ਦੇਖੋਗੇ ਔਰ ਤੁਸੀਂ ਉਹਨਾਂ ਦੀ ਗੱਲਬਾਤ ਸੁਣੋਗੇ। ਤੇ ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜਨਾਬ ਸਲੀਮ ਖੁਰਸ਼ੀਦ ਖੋਖਰ ਐਡਵੋਕੇਟ ਸਾਹਿਬ ਦੇ ਨਾਲ, ਜਿਹੜੇ ਅੱਜ ਕੱਲ੍ਹ ਤਾਂ UK 'ਚ ਮਤਲਬ ਰਹਿੰਦੇ ਨੇ, ਲੇਕਿਨ ਉਹ ਸਾਡੀ ਖੁਸ਼ਬਖਤੀ ਬਈ ਉਹ ਸਾਡੇ ਕਾਬੂ ਚੜ੍ਹ ਗਏ ਜਦੋਂ ਇੱਥੇ ਲਾਹੌਰ 'ਚ ਆਏ। ਅਸੀਂ ਉਹਨਾਂ ਨੂੰ ਸਪੌਟ ਕੀਤਾ ਹੈ ਔਰ ਅਸੀਂ ਇਹਨਾਂ ਨੂੰ CTS ਦੇ ਜਿਹੜਾ ਲਾਹੌਰ ਦਫ਼ਤਰ ਹੈ ਉਹਦੇ 'ਚ ਅਸੀਂ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ। ਤੇ ਆਓ ਗੱਲਬਾਤ ਕਰਦੇ ਹਾਂ। ਭੈਣਾਂ ਭਰਾਵਾਂ ਨੂੰ ਸਲਾਮ ਪੇਸ਼ ਕਰਨਾ ਔਰ ਮੈਂ ਸ਼ੁਕਰਗੁਜ਼ਾਰ ਹਾਂ ਨੈਸ਼ਨਲ ਨਿਊਜ਼ ਦਾ ਕਿ ਉਹਨਾਂ ਇਹ ਮੌਕਾ ਦਿੱਤਾ ਕਿ ਉਹ ਮੈਂ ਤੁਹਾਡੇ ਦਰਮਿਆਨ ਹਾਜ਼ਰ ਹੋ ਸਕਿਆ। ਸਲੀਮ ਸਾਹਿਬ, ਇਹ ਸਾਡੇ ਲਈ ਬੜੇ ਵੱਡੇ ਫਖਰ ਦੀ ਗੱਲ ਵੀ ਹੈ ਔਰ ਬੜੀ ਵੱਡੀ ਓਨਰ ਦੀ ਗੱਲ ਹੈ ਕਿ ਤੁਸੀਂ ਸਾਡੇ ਨਾਲ ਅੱਜ ਜੁੜੇ ਹੋ। ਅੱਜ ਦੀ ਗੱਲ ਦੇ ਵਿੱਚ ਅਸੀਂ ਤੁਹਾਨੂੰ ਜੀ ਆਇਆਂ ਨੂੰ ਵੀ ਆਖਦੇ ਹਾਂ ਔਰ ਨਾਲ ਹੀ ਨਾਲ CTS ਦੀ ਜਿਹੜੀ ਤੁਹਾਡੇ ਕੋਲ ਡਾਇਰੈਕਟਰਸ਼ਿਪ ਹੈ ਉਹਦੇ ਹਵਾਲੇ ਨਾਲ ਵੀ ਔਰ ਬਾਕੀ ਜਿਹੜੀਆਂ ਤੁਹਾਡੀਆਂ ਖਿਦਮਾਤ ਨੇ ਉਹਨਾਂ ਦੇ ਹਵਾਲੇ ਨਾਲ ਵੀ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਇੱਥੇ ਪਾਕਿਸਤਾਨ ਵਿੱਚ ਬਤੌਰ MPA ਮਤਲਬ ਰਹੇ ਔਰ ਪਾਰਲੀਮੈਂਟਰੀ ਸੈਕਟਰੀ ਫॉर ਜਿਹੜਾ ਹੈ ਫਿਸ਼ਰੀ ਔਰ ਲਾਈਵ ਸਟਾਕ ਰਹੇ ਔਰ ਤੁਸੀਂ ਜਿਹੜੀ ਤੁਹਾਡੀ ਸਿਆਸੀ ਖਿਦਮਾਤ ਨੇ ਔਰ ਆਪਣੀ ਜਿਹੜੀ ਖਾਸ ਤੌਰ 'ਤੇ ਸਿਆਸੀ ਜ਼ਿੰਦਗੀ ਦਾ ਆਗਾਜ਼ ਤੁਸੀਂ ਕਿਸ ਤਰ੍ਹਾਂ ਕੀਤਾ? ਦਰਅਸਲ ਮੇਰਾ ਤਲਕ ਇੰਤਹਾਈ ਗਰੀਬ ਘਰਾਣੇ ਤੋਂ ਸੀ ਔਰ ਮੇਰੇ ਵਾਲਦੈਨ ਜਿਹੜੇ ਨੇ 1960 'ਚ ਗੁਜਰਾਂਵਾਲੇ ਤੋਂ ਉੱਥੇ ਕਰਾਚੀ ਸ਼ਿਫਟ ਹੋਏ ਔਰ ਚੂੰਕਿ ਮੇਰਾ ਤਲਕ ਕਰਾਚੀ 'ਚ ਅਸੀਂ ਈਸਾ ਨਗਰੀ 'ਚ ਰਹਿੰਦੇ ਸੀਗੇ। 5 ਜਨਵਰੀ 1975 ਦੇ ਵਿੱਚ ਉੱਥੇ ਸਾਡੇ 3 ਜਿਹੜੇ ਮਸੀਹੀ ਨੌਜਵਾਨ ਸਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਉਦੋਂ ਮੇਰੀ ਉਮਰ ਘੱਟ ਸੀ, ਲੇਕਿਨ ਉਹ ਜ਼ੁਲਮ ਉਹ ਜ਼ਿਆਦਤੀ ਅਸਾਂ ਆਪਣੀ ਅੱਖਾਂ ਦੇ ਨਾਲ ਵੇਖੀ ਔਰ ਅੱਜ ਵੀ ਉਹਨਾਂ ਦੀ ਕਬਰਾਂ ਜਿਹੜੀਆਂ ਨੇ ਅਵਾਮੀ ਚਰਚ 'ਚ ਨੇ। ਉਸ ਜਜ਼ਬੇ ਨੂੰ ਲੈ ਕੇ ਅਸਾਂ ਉੱਥੇ ਨੌਜਵਾਨਾਂ ਨੂੰ ਇਕੱਠਿਆਂ ਕੀਤਾ ਔਰ ਇੱਕ ਅੰਜਮਨ ਮਸੀਹੀ ਨੌਜਵਾਨਾਂ ਨੇ ਕਰਾਚੀ ਬਣਾਈ ਔਰ ਉਸ ਪਲੇਟਫਾਰਮ ਤੋਂ ਕੰਮ ਕਰਦਿਆਂ ਮੈਂ 1987 ਦੇ ਵਿੱਚ ਉਸ ਇਲਾਕੇ ਦੇ ਵਿੱਚ ਕੌਂਸਲਰ ਮੁੰਤਖਬ ਹੋਇਆ। ਉਸ ਤੋਂ ਬਾਅਦ 90 'ਚ 93 'ਚ 97 'ਚ ਮੈਂ ਜੁਦਾਗਾਨਾ ਇੰਤਖਾਬ ਦੇ ਤਹਿਤ MPA ਮੁੰਤਖਬ ਹੁੰਦਾ ਰਿਹਾ ਔਰ ਉਹਦੇ ਨਾਲ ਲਾਸਟ ਦੇ ਉੱਤੇ 2008 'ਚ ਮੁਹਤਰਮਾ ਬੇਨਜ਼ੀਰ ਭੁੱਟੋ ਸਾਹਿਬਾ ਨੇ ਮੈਨੂੰ ਨੋਮੀਨੇਟ ਕੀਤਾ ਐਜ਼ ਏ MPA ਵਾਸਤੇ ਤੇ ਮੈਂ MPA ਵੀ ਰਿਹਾ। ਤੁਸੀਂ ਜਿਹੜੀ ਆਪਣੀ ਸਿਆਸੀ ਮੁਖਤਸਰ ਜੀ ਸਾਰੀ ਗੱਲਬਾਤ ਦੱਸੀ, ਇਹਦੇ 'ਚ ਤੁਸੀਂ ਬਤੌਰ ਇੱਕ ਮਸੀਹੀ ਲੀਡਰ ਦੇ ਕੀ ਜਿਹੜੇ ਨੇ ਕਾਰਹਾਏ ਨੁਮਾਇਆ ਜਾਂ ਕੋਈ ਐਸਾ ਕੋਈ ਕੰਮ ਜਿਹੜਾ ਹੈ ਤੁਸੀਂ ਸਰ ਅੰਜਾਮ ਦਿੱਤਾ ਜਿਹਨੂੰ ਅਸੀਂ ਸਮਝ ਸਕਦੇ ਹਾਂ ਕਿ ਇਹ ਪਾਕਿਸਤਾਨ ਦੀ ਮਾਈਨੋਰਿਟੀਜ਼ ਲਈ ਪਰ ਬਿਲਖਸੂਸ ਸਿੰਧ ਦੀ ਔਰ ਕਰਾਚੀ ਦੀ ਮਾਈਨੋਰਿਟੀਜ਼ ਲਈ ਔਰ ਖਾਸ ਤੌਰ 'ਤੇ ਮਸੀਹਾਂ ਲਈ ਫਾਇਦਾਮੰਦ ਹੋ ਸਕਿਆ? ਉਹਦੇ 'ਚ ਨੰਬਰ 1 ਤੇ ਇਹ ਵੇ ਕਿ ਜਦੋਂ ਸ਼ਨਾਖਤੀ ਕਾਰਡ ਦੇ ਮਜ਼ਹਬ ਦਾ ਕਾਲਮ ਆਇਆ ਤੇ ਉਸ ਵਕਤ ਤਮਾਮ ਅਸੈਂਬਲੀਆਂ ਦੇ ਵਿੱਚੋਂ ਖਾਮੋਸ਼ੀ ਸੀ, ਲੇਕਿਨ ਸਿੰਧ ਅਸੈਂਬਲੀ 'ਚ ਮੈਂ ਉਹ ਕਰਾਰਦਾਦ ਪੇਸ਼ ਕੀਤੀ ਕਿਉਂਕਿ ਮੈਨੂੰ ਇਹ ਆਜ਼ਾਦ ਹਾਸਲ ਹੈ ਕਿ ਜਿਹੜੀ ਅਸੈਂਬਲੀ ਨੇ ਪਾਕਿਸਤਾਨ ਬਣਾਉਣ 'ਚ ਕਰਾਰਦਾਦ ਪੇਸ਼ ਕੀਤੀ ਸੀ, ਮਨਜ਼ੂਰ ਹੋਈ ਸੀ, ਉੱਥੇ ਸ਼ਨਾਖਤੀ ਕਾਰਡ ਦੇ ਖਾਨੇ ਦੇ ਖਿਲਾਫ ਮੈਂ ਉਹ ਰੈਜ਼ੋਲੂਸ਼ਨ ਪਾਸ ਕਰਾਇਆ ਔਰ ਉਹਦੇ ਨਾਲ ਇਹ ਵੀ ਕਿ ਜਿੰਨੇ ਸਾਡੇ ਸਕੂਲ ਸਨ ਸਿੰਧ 'ਚ ਸਾਰਿਆਂ ਨੂੰ ਡੀਨੈਸ਼ਨਲਾਈਜ਼ ਕਰਾਇਆ ਔਰ ਉਹਨਾਂ ਸਕੂਲਾਂ ਨੂੰ ਡੀਨੈਸ਼ਨਲਾਈਜ਼ ਕਰਾਉਣ ਦੇ ਨਾਲ ਅਸਾਂ ਉਸ ਤੋਂ ਪਹਿਲਾਂ ਆਪਣੇ ਲੋਕਾਂ ਨੂੰ 5% ਕੋਟੇ ਦੇ ਹਿਸਾਬ ਨਾਲ ਨੌਕਰੀਆਂ ਦਿੱਤੀਆਂ। ਜਿਹੜੇ ਅੱਜ ਲੜਕੇ DSP ਵੀ ਨੇ, SHO ਵੀ ਨੇ, ਮੁਖਤਲਿਫ ਇਲਾਕਿਆਂ MBBS ਡਾਕਟਰਸ ਵੀ ਨੇ, ਇਹਨਾਂ ਨੂੰ ਅਸਾਂ ਜੋਬ ਵਗੈਰਾ ਵੀ ਦਿਲਾਏ ਔਰ ਇਹਦੇ ਨਾਲ ਅਸੀਂ ਇਹ ਕਹਿੰਦੇ ਕਿ ਉਸ ਵਕਤ ਕਰਾਚੀ ਦੇ ਵਿੱਚ ਜਿੰਨੀਆਂ ਕੱਚੀ ਆਬਾਦੀਆਂ ਸਨ ਉਹਨਾਂ ਨੂੰ ਮੈਂ 99 ਈਅਰਸ ਵਾਸਤੇ ਸਿਰਫ 2 ਜਾਂ 3 ਕੱਚੀਆਂ ਆਬਾਦੀਆਂ, ਇੱਕ ਅਜ਼ੀਜ਼ਾਬਾਦ ਔਰ ਇੱਕ ਪਹਾੜਗੰਜ ਤੋਂ ਇਲਾਵਾ तमाम कच्चियां आबादियां ਨੂੰ मैं मालकाना हकूक ਜਿਹੜੇ ਨੇ ਉਹ ਪੂਰੇ ਸਿੰਧ 'ਚ ਦਵਾਏ। ਸਲੀਮ ਖੁਰਸ਼ੀਦ ਸਾਹਿਬ, ਤੁਸੀਂ
ਇਹ ਉਹ ਗੱਲਾਂ ਨੇ ਜਿਹੜੀਆਂ ਤੁਸੀਂ ਸਿੰਧ ਅਸੈਂਬਲੀ ਦੇ ਹਵਾਲੇ ਨਾਲ ਕੀਤੀਆਂ ਔਰ ਜੌਬਸ ਉੱਥੇ ਦੇ ਤਲਬ ਇਲਮਾਂ ਵਾਸਤੇ ਜਿਹੜੇ ਖਾਸ ਤੌਰ 'ਤੇ ਉੱਥੇ ਪੜ੍ਹੂ ਬੱਚੇ ਸਨ ਪੜ੍ਹੂ ਬਾਲਾਂ ਲਈ ਵੀ ਤੁਸੀਂ ਕੁਛ ਕੀਤਾ। ਤੁਸੀਂ ਸਕੂਲ ਅਗਰ ਦਿਲਵਾਏ ਦੀ ਗੱਲ ਕਰਦੇ ਹੋ ਅਤੇ ਆਮ ਤੌਰ 'ਤੇ ਤਾਂ ਅਸੀਂ ਸੁਣਨੇ ਹਾਂ ਪੰਜਾਬ ਦੇ ਵਿੱਚ, ਕਿਉਂਕਿ ਇੱਥੇ ਆਮ ਤੌਰ 'ਤੇ ਸਾਡੀ ਗੱਲਬਾਤ ਹੁੰਦੀ ਹੈ ਅਤੇ ਅਸੀਂ ਸੁਣਨੇ ਹਾਂ ਜੀ ਉਹ ਸਾਡੇ ਸਕੂਲ ਨਹੀਂ ਵਾਪਸ ਹੋਏ, ਇਸ ਤਰ੍ਹਾਂ ਹੋਇਆ। ਹਾਲੇ ਵੀ ਕਰਾਚੀ ਦੇ 1-2 ਸਕੂਲਸ ਨੇ ਜਿਨ੍ਹਾਂ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ, ਅਤੇ ਇਹ ਕਿੰਨੇ ਸਕੂਲ ਸਨ ਔਰ ਕਿਹੜੀ ਕਿਹੜੀ ਜਗ੍ਹਾ 'ਤੇ ਸਨ ਇਹ ਵੀ ਦੱਸਿਆ ਜੇ। ਔਰ ਤਾਲਬ ਇਲਮਾਂ ਦੇ ਯੂਨੀਵਰਸਿਟੀ ਦੇ ਜਾਂ ਕਾਲਜਿਸ ਦੇ ਵਿੱਚ ਜਿਹੜੇ ਦਾਖਲੇ ਸਨ ਉਹਨਾਂ ਦੇ ਵਿੱਚ ਤੁਸੀਂ ਕੋਈ ਅਗਰ ਕਿਰਦਾਰ ਅਦਾ ਕੀਤਾ ਹੋਏ ਤਾਂ ਪਲੀਜ਼। ਕਰਾਚੀ ਦੇ ਵਿੱਚ ਸਿਰਫ ਤੁਸੀਂ ਕਹਿ ਸਕਦੇ ਹੋ ਕਿ 2 ਸਕੂਲ ਨੇ ਜਿਹੜੇ ਡੀਨੈਸ਼ਨਲਾਈਜ਼ ਨਹੀਂ ਹੋਏ। ਨੰਬਰ 1 CMS, ਨੰਬਰ 2 ਸ਼ੈਰਟਨ ਸਕੂਲ, ਲੇਕਿਨ ਉਹ ਵੀ ਉਹ ਚਰਚ ਦੀ ਇੰਤਜ਼ਾਮੀਆ ਦੀ ਵਜ੍ਹਾ ਤੋਂ, ਕਿਉਂਕਿ ਉਹ ਆਪਣੇ ਮਾਲਕਾਨਾ ਹਕੂਕ ਉੱਥੇ ਸਾਬਤ ਨਹੀਂ ਕਰ ਸਕੇ। ਬਾਕੀ ਜਿੰਨੇ ਸਕੂਲ ਸਨ ਆਪਣਾ ਸਖਰ 'ਚ ਹੈਦਰਾਬਾਦ 'ਚ ਕਰਾਚੀ 'ਚ ਉਹ ਸਾਰੇ ਅਸਾਂ ਵਾਪਸ ਕਰਾਏ ਨੇ। ਔਰ ਉਹਦੇ ਨਾਲ ਜਿੱਥੋਂ ਤੱਕ ਸਟੂਡੈਂਟਾਂ ਦੀ ਗੱਲ ਹੈ, ਅਸੀਂ ਸਟੂਡੈਂਟਾਂ ਨੂੰ ਪਹਿਲੀ ਵਾਰ MBBS ਯਾਨੀ ਕਿ ਲੜਕਿਆਂ ਨੂੰ ਜੌਬ ਟ੍ਰੇਨਿੰਗ ਕਰਾਈ, ਉਹਦੇ ਦਾਖਲੇ ਲੈ ਕੇ ਦਿੱਤੇ। ਔਰ ਉਹਦੇ ਨਾਲ ਅਸਾਂ ਪਹਿਲੀ ਵਾਰ ਪੁਲਿਸ ਵਿੱਚ ਲੜਕੇ ਟੀਚਰਸ ਸਾਰੇ ਅਸੀਂ ਕਰਾਏ। ਔਰ ਅਗਰ ਸਕੂਲ ਡੀਨੈਸ਼ਨਲਾਈਜ਼ ਹੁੰਦੇ ਨੇ ਤਾਂ ਉਹਦੇ ਵਿੱਚ ਜ਼ਰੂਰੀ ਹੈ ਕਿ ਉਹਨਾਂ ਦਾ ਸਟੂਡੈਂਟਾਂ ਨੂੰ ਹੀ ਫਾਇਦਾ ਸੀ। ਦੂਸਰੀ ਗੱਲ ਇਹ ਵੇ ਕਿ ਮੇਰਾ ਇਹ ਮੁਤਾਲਬਾ ਸੀ ਸਿੰਧ ਅਸੈਂਬਲੀ ਵਿੱਚ ਕਿ ਜਿਵੇਂ ਕੁਰਾਨ ਸ਼ਰੀਫ ਬੱਚਿਆਂ ਵਾਸਤੇ ਜ਼ਰੂਰੀ ਹੈ, ਉਵੇਂ ਬਾਈਬਲ ਦਾ ਪੀਰੀਅਡ ਹੋਏ, ਤਾਂ ਕਿ ਅਗਰ ਬਾਈਬਲ ਦਾ ਨਿਸਾਬ ਉਹਦੇ 'ਚ ਮਨਜ਼ੂਰ ਹੁੰਦਾ, ਲੇਕਿਨ ਮੈਂ ਨਹੀਂ ਕਰਾ ਸਕਿਆ, ਮੈਂ ਮਾਈਨੋਰਟੀ ਸੀਗਾ। ਲੇਕਿਨ ਇਹ ਵੇ ਕਿ ਅਗਰ ਉਹ ਮਨਜ਼ੂਰ ਹੋ ਜਾਂਦਾ ਅਤੇ ਅੱਜ ਮੈਂ ਸਮਝਦਾ ਕਿ ਬਹੁਤ ਸਾਰੇ ਸਾਡੇ ਸਕੂਲਾਂ 'ਚ ਟੀਚਰ ਜਿਹੜੇ ਨੇ ਉਹ ਕ੍ਰਿਸਚਨ ਹੁੰਦੇ ਜਿਹੜੇ ਬਾਈਬਲ ਦਾ ਉਹਨਾਂ ਨੂੰ ਪੜ੍ਹਾਉਂਦੇ। ਔਰ ਉਹਦੇ ਨਾਲ ਅਸੀਂ ਯਕਸਾ ਤਾਲੀਮ ਵਾਸਤੇ ਵੀ ਜਦੋਜਹਿਦ ਕੀਤੀ। ਇਹ ਸਾਰੇ ਵੀਡੀਓਜ਼ ਮੇਰੇ ਨਾਂ ਦੇ ਨਾਲ ਮੌਜੂਦ ਨੇ, ਜਿਹੜੀ ਮੇਰੀ ਉਸ ਵਕਤ ਦੀ ਜਦੋਜਹਿਦ ਸੀ। ਔਰ ਹੁਣ ਵੀ ਅਸੀਂ ਸਮਝਦੇ ਹਾਂ ਕਿ ਇਸ ਮੁਲਕ ਦੇ ਵਿੱਚ ਅਸੀਂ ਮਾਈਨੋਰਟੀ 'ਚ ਹਾਂ, ਸਾਨੂੰ ਕੋਈ ਵੀ ਆਪਣੇ ਹਕੂਕ ਦੇਗਾ ਨਹੀਂ, ਸਾਨੂੰ ਉਦੋਂ ਖੋਣੇ ਪੈਣਗੇ, ਲੈਣੇ ਪੈਣਗੇ, ਮੁੱਤਹਿਦ ਹੋਣਾ ਪੈਣਾ। ਜਦੋਂ ਹਕੂਕ ਦੀ ਅਸੀਂ ਗੱਲ ਕਰਦੇ ਹਾਂ ਅਤੇ ਫਿਰ ਉਹ ਇੱਕ ਬੜਾ ਅੱਛਾ ਸ਼ੇਰ ਮੈਨੂੰ ਯਾਦ ਆ ਗਿਆ ਕਿ ਸਾਨੂੰ ਕੁਸਣਾ ਵੀ ਆਉਂਦਾ ਹੈ, ਸਾਨੂੰ ਕੋਹਣਾ ਵੀ ਆਉਂਦਾ ਹੈ, ਸਾਨੂੰ ਹੱਸਣਾ ਵੀ ਆਉਂਦਾ ਹੈ, ਸਾਨੂੰ ਰੋਣਾ ਵੀ ਆਉਂਦਾ ਹੈ, ਅਤੇ ਜੇ ਹੱਕ ਮੰਗਿਆ ਨਾ ਮਿਲਦਾ ਹੋਏ ਤਾਂ ਫਿਰ ਖੋਣਾ ਵੀ ਆਉਂਦਾ ਹੈ। ਸੋ ਸਲੀਮ ਖੁਰਸ਼ੀਦ ਸਾਹਿਬ ਦੀ ਜਿਹੜੀ ਇਹ ਵਾਲੀ ਗੁਫ਼ਤਗੂ ਹੈ ਕਿ ਸਾਨੂੰ ਹੱਕ ਜਿਹੜੇ ਨੇ ਖੋਣੇ ਲੈਣ ਪੈਣਗੇ, ਇਹ ਗੱਲ ਸੱਚ ਹੈ। ਲੇਕਿਨ ਹੱਕ ਖੋਣ ਦਾ ਜਿਹੜਾ ਕਾਨੂੰਨੀ ਤਰੀਕਾ ਹੈ, ਕਿਉਂਕਿ ਐਡਵੋਕੇਟ ਵੀ ਨੇ ਅਤੇ ਅਸੀਂ ਇਹਨਾਂ ਕੋਲ ਜਾਣਾਂਗੇ ਕਿ ਤੁਹਾਡੇ ਖਿਆਲ ਦੇ ਮੁਤਾਬਕ ਜਿਹੜੇ ਹੱਕ ਲੈਣ ਦਾ ਸਹੀ ਔਰ ਕਾਨੂੰਨੀ ਤਰੀਕਾ ਜਿਹੜਾ ਹੈ ਉਹ ਕਿਸ ਤਰ੍ਹਾਂ ਮੁਮਕਿਨ ਹੈ ਕਿ ਇਕਲੀਅਤਾਂ ਇੱਥੋਂ ਦੀਆਂ ਔਰ ਖ਼ਾਸ ਤੌਰ 'ਤੇ ਮਸੀਹੀ ਇਕਲੀਅਤਾਂ ਜਿਹੜੀਆਂ ਨੇ ਉਹ ਆਪਣੇ ਹਕੂਕ ਵਾਸਤੇ ਪ੍ਰੋਪਰ ਫਾਈਟ ਕਰ ਸਕਣ। ਕਿਉਂਕਿ ਅੱਜ ਕੱਲ੍ਹ ਇੱਥੇ ਪਿਛਲੇ ਅਸੀਂ ਵੇਖ ਰਹੇ ਹਾਂ ਕੁਛ ਅਰਸੇ ਤੋਂ ਕਿ ਸਾਡੇ ਕੋਲ ਲੀਡਰਸ਼ਿਪ ਦਾ ਥੋੜ੍ਹਾ ਫੁਕਦਾਨ ਹੈ, ਕਿਉਂ ਜੋ ਸੈਪਰੇਟ ਇਲੈਕਟਡ ਸਿਸਟਮ ਵੀ ਨਹੀਂ ਹੈ, ਮਖਲੂਤ ਇਲੈਕਟਡ ਸਿਸਟਮ ਵੀ ਨਹੀਂ ਹੈ, ਬਲਕਿ ਇੱਕ ਸਿਲੈਕਸ਼ਨ ਸਿਸਟਮ ਹੈ ਸਾਡੇ ਕੋਲ, ਅਤੇ ਉਹਦੀ ਵਜ੍ਹਾ ਨਾਲ ਲੀਡਰਸ਼ਿਪ ਦਾ ਇੱਕ ਫੁਕਦਾਨ ਹੈ। ਜਿਹੜੀ ਪਾਰਟੀਆਂ ਨੂੰ ਪਸੰਦ ਆਉਂਦਾ ਕੋਈ ਜੀ ਉਹ ਪਸੰਦ ਕਰ ਲੈਂਦੇ ਨੇ, ਅਤੇ ਅੱਜ ਕੱਲ੍ਹ ਕੋਈ ਇਸ ਤਰ੍ਹਾਂ ਦੀ ਨੁਮਾਇੰਦਗੀ ਨਹੀਂ ਹੈ ਜਿਸ ਤਰ੍ਹਾਂ ਤੁਹਾਨੂੰ ਚੁਣਿਆ ਜਾਂਦਾ ਸੀ। ਅਤੇ ਤੁਸੀਂ ਕਿਸ ਤਰ੍ਹਾਂ ਜਾਣੋਗੇ ਕਿ ਸਾਡਾ ਜਿਹੜਾ ਇਲੈਕਸ਼ਨ ਸਿਸਟਮ ਹੈ ਖ਼ਾਸ ਤੌਰ 'ਤੇ, ਜਾਂ ਸਾਡਾ ਚੁਣਾਵ ਦਾ ਜਿਹੜਾ ਸਿਸਟਮ ਹੈ, ਸਾਡੀ ਨੁਮਾਇੰਦਗੀ ਦਾ ਸਿਸਟਮ ਹੈ, ਉਹ ਕੀ ਹੋਣਾ ਚਾਹੀਦਾ? ਨਾਸਰ ਸਾਹਿਬ, ਇਹਦੇ ਵਾਸਤੇ ਅਰਜ਼ ਹੈ ਕਿ ਜਿਵੇਂ ਮੋਹਤਰਮਾ ਬੇਨਜ਼ੀਰ ਭੁੱਟੋ ਦੇ ਸੈਕਿੰਡ ਟਾਈਮ ਦੇ ਉੱਤੇ ਅਸੀਂ MPS ਹਾਂ ਅਤੇ ਅਸਾਂ ਕੋਸ਼ਿਸ਼ ਕੀਤੀ, ਔਰ ਬੇਨਜ਼ੀਰ ਭੁੱਟੋ ਸਾਹਿਬਾਂ ਨੇ ਆਪਣੇ ਕੈਬਨਿਟ ਦੇ ਵਿੱਚ ਦੋਹਰੇ ਵੋਟ ਦਾ ਪਾਸ ਵੀ ਕੀਤਾ। ਔਰ ਇਹਦਾ ਹੱਲ ਇਹ ਹੀ ਹੈ ਕਿ ਦੋਹਰਾ ਵੋਟ ਜਿਹੜਾ ਸਾਨੂੰ ਸਾਡੇ ਨੁਮਾਇੰਦਿਆਂ ਨੂੰ ਦਿੱਤਾ ਜਾਣਾ ਚਾਹੀਦਾ, ਅਕਲੀਅਤ ਨੂੰ ਦਿੱਤਾ ਜਾਣਾ ਚਾਹੀਦਾ। ਔਰ ਨਾਮੀਨੇਸ਼ਨ ਦੀ ਗੱਲ ਹੈ, ਅਗਰ ਨਾਮੀਨੇਸ਼ਨ ਹੈ ਤਾਂ ਜਦੋਂ 18ਵੀਂ ਤਰਮੀਮ ਆਈ ਹੈ, ਆਇਨ ਵਿੱਚ ਅਮੈਂਡਮੈਂਟ ਹੋਈ ਹੈ, ਤੁਹਾਡੇ ਚੌਂਕੇ ਨਾਮੀਨੇਟ ਲੋਕ ਸਨ, ਕਿਸੇ ਨੇ ਉਹਦੇ 'ਚ ਨਾ ਨੁਮਾਇੰਦਗੀ ਕਿਸੇ ਪਾਰਟੀ ਨੇ ਦਿੱਤੀ ਅਕਲੀਅਤ ਨੂੰ, ਅਤੇ ਨਾ ਅਕਲੀਅਤ ਦੇ ਲੋਕਾਂ ਨੇ ਕਿਹਾ ਕਿ ਸਾਨੂੰ ਨੁਮਾਇੰਦਗੀ ਦਿੱਤੀ ਜਾਏ। ਲਿਹਾਜ਼ਾ ਮੈਂ ਸਮਝਣਾ, ਮੈਂ ਜੁਦਾਗਾਨਾ ਇੰਤਖਾਬ ਦੇ ਤਹਿਤ 3 ਵਾਰ ਜਿੱਤਿਆ ਵੀ ਹਾਂ, 1 ਵਾਰ ਨਾਮੀਨੇਟ ਵੀ ਹੋਇਆ। ਲੇਕਿਨ ਮੈਂ ਹੋ ਸਕਦਾ ਹੈ ਕਿ ਜਿਹੜੇ ਸਾਡੇ ਮੌਜੂਦਾ MPs ਨੇ, MNA ਦੇ ਮੇਰੇ ਤੋਂ ਬਹੁਤ ਅੱਛਾ ਕੰਮ ਕਰਦੇ ਹੋਣਗੇ, ਲੇਕਿਨ ਮੈਂ ਸਮਝਣਾ ਕਿ ਜਿਹੜਾ ਚੌਥੀ ਵਾਰ ਨਾਮੀਨੇਟ ਹੋ ਕੇ ਆਇਆ ਉਹ ਇੱਕ ਸ਼ੋਅ ਪੀਸ ਦੇ ਤੌਰ 'ਤੇ ਆਇਆ। ਇਹਦਾ ਮਤਲਬ ਇਹ ਵੇ ਕਿ ਅਸੀਂ ਇਸ ਗੱਲ ਨੂੰ ਜਾਣੀਏ ਬਈ ਇੱਕ ਐਸੇ ਜਹਾਨਦੀਦਾ ਔਰ ਐਸਾ ਸੀਜ਼ਨਡ ਆਦਮੀ ਜਿਹਨੇ ਪੋਲੀਟਿਕਸ ਨੂੰ ਇਨ ਔਰ ਆਊਟ, ਮਤਲਬ ਉਹਦਾ ਗ੍ਰੇ ਐਂਡ ਵਾਈਟ, ਬਲੈਕ ਐਂਡ ਵਾਈਟ, ਸਭ ਕੁਛ ਉਹਦੇ ਸਾਰੇ ਰੰਗ ਵੇਖੇ ਨੇ, ਅਗਰ ਐਸਾ ਸ਼ਖਸ ਜਿਹੜਾ ਹੈ ਉਹ ਸਾਡੇ ਸਾਹਮਣੇ ਬੈਠ ਕੇ ਕਹਿ ਰਿਹਾ ਕਿ ਸਿਲੈਕਸ਼ਨ ਅਕਲੀਅਤਾਂ ਵਾਸਤੇ ਮੁਨਾਸਿਬ ਨਹੀਂ ਹੈ, ਅਤੇ ਮੇਰਾ ਖਿਆਲ ਹੈ ਕਿ ਇੱਕ ਡਿਬੇਟ ਹੋਣੀ ਚਾਹੀਦੀ ਹੈ ਕਿ ਆਇਆ ਸਿਲੈਕਸ਼ਨ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਔਰ ਅਗਰ ਦੋਹਰੇ ਵੋਟ ਦੀ ਗੱਲ ਕੀਤੀ ਜਾ ਰਹੀ ਹੈ, ਅਤੇ
मतलब ये एक तरीका इंतखाब ਜ਼ਰੂਰ अच्छा है, लेकिन एक कितना अच्छा और किस तर੍ਹਾਂ ਬਿਹਤਰ ਹੈ ਇਹਦੇ ਤੇ ਵੀ ਇੱਕ ਬਹਿਸ ਹੋਣੀ ਚਾਹੀਦੀ ਹੈ। ਬਹਰਹਾਲ ਅਸੀਂ ਸਲੀਮ ਖੁਰਸ਼ੀਦ ਸਾਹਿਬ ਦੇ ਨਾਲ ਗੱਲ ਕਰਾਂਗੇ ਕਿ ਖੋਖਰ ਸਾਹਿਬ ਤੁਸੀਂ ਇਹ ਦੱਸਣਾ ਪਸੰਦ ਕਰੋਗੇ ਕਿ ਜਿਹੜੀਆਂ ਮਸੀਹੀ ਔਰ ਖਾਸ ਤੌਰ 'ਤੇ ਅਕਲੀਤਾਂ ਦੀਆਂ, ਲੇਕਿਨ ਖਾਸ ਤੌਰ 'ਤੇ ਮਸੀਹਾਂ ਦੀਆਂ ਜਿਹੜੀਆਂ ਪਾਰਟੀਜ਼ ਨੇ ਜਾਂ ਜਿਹੜੇ ਇਹਨਾਂ ਦੀਆਂ ਤਨਜ਼ੀਮਾਂ ਨੇ, ਉਹ ਕਿਸ ਤਰ੍ਹਾਂ ਫਾਲ ਮਤਲਬ ਹੋ ਸਕਦੀਆਂ ਨੇ ਜਾਂ ਕਿਸ ਤਰ੍ਹਾਂ ਆਪਣਾ ਇਫੈਕਟਿਵ ਰੋਲ ਪਲੇ ਕਰ ਸਕਦੀਆਂ ਨੇ ਮੇਨ ਪੋਲੀਟਿਕਸ ਦੇ ਵਿੱਚ, ਮੇਨ ਸਟ੍ਰੀਮ ਪੋਲੀਟਿਕਸ? ਉਹਦੇ ਵਾਸਤੇ ਅਸਾਂ ਕੋਸ਼ਿਸ਼ ਕੀਤੀ ਸੀ ਕਿ ਮੈਂ ਮਾਈਨੋਰਟੀ ਇਨਕਲਾਬੀ ਤਹਿਰੀਕ ਔਰ ਮਾਈਕਲ ਜਵੇਦ ਸਾਹਿਬ ਜਿਹੜੇ ਸਾਡੇ ਯਾਨੀ 3 MPA ਮੁੰਤਖਬ ਹੋਏ ਸਨ ਸਿੰਧ 'ਚੋਂ, ਉਹਨਾਂ ਆਪਣੇ ਮਾਈਨੋਰਟੀ ਫਰੰਟ ਔਰ ਸ਼ਹਬਾਜ਼ ਭੱਟੀ ਸਾਹਿਬ ਨੇ ਆਪਣੇ ਕ੍ਰਿਸਚਨ ਲਿਬਰੇਸ਼ਨ ਫਰੰਟ, ਇਹਨਾਂ ਨੂੰ ਜ਼ਮ ਕਰਕੇ ਅਸਾਂ ਆਲ ਮਾਈਨੋਰਟੀ ਅਲਾਇੰਸ ਬਣਾਇਆ ਸੀ। ਲੇਕਿਨ ਕਿਉਂਕਿ ਉਹਦੀ ਬਦਕਿਸਮਤੀ ਇਹ ਵੇ ਕਿ ਸ਼ਹਬਾਜ਼ ਭੱਟੀ ਸਾਹਿਬ ਵੀ ਆਪਣੇ ਦੌਰ ਵਿੱਚ ਸਿਰਫ ਯਾਨੀ ਕਿ ਵਨ ਮੈਨ ਸ਼ੋਅ ਰਹੇ ਨੇ, ਕੋਈ ਤਨਜ਼ੀਮ ਸਾਜ਼ੀ ਨਾ ਨੇ ਕੀਤੀ। ਅਗਰ ਤਨਜ਼ੀਮ ਸਾਜ਼ੀ ਕੀਤੀ ਹੁੰਦੀ ਤਾਂ ਅੱਜ ਜਿੰਨੇ ਵੀ ਇਹ ਲੋਕ ਨੇ ਯਾਨੀ ਕਿ ਅਸੀਂ ਇੱਕ ਪਾਰਟੀ ਬਣ ਕੇ ਮੁਨਜ਼ਮ ਹੋ ਕੇ ਅਸੀਂ ਆਪਣੀ ਡਿਮਾਂਡ ਰੱਖ ਸਕਦੇ ਹਾਂ ਕਿਸੇ ਵੀ ਪਾਰਟੀ ਅੱਗੇ। ਲੇਕਿਨ ਹੁਣ ਕਿਉਂਕਿ ਹਰ ਇੱਕ ਆਦਮੀ ਨੂੰ ਇਹ ਹੀ ਹੈ ਕਿ ਉਹਨਾਂ ਨੂੰ ਆਪਣੇ ਮਾਂ ਪਿਓ ਦੇ ਮਾਂ ਦਾ ਜਾਂ ਪਿਓ ਦੀ ਸਾਲਗਿਰਾ ਉਹਨਾਂ ਨੂੰ ਡੇਟ ਆਫ ਯਾਦ ਹੋਏ ਨਾ ਹੋਏ, ਪਾਰਟੀ ਦੇ ਲੀਡਰ ਦਾ ਕੇਕ ਉਹਨਾਂ ਜ਼ਰੂਰ ਕੱਟਣਾ ਹੁੰਦਾ ਕਿ ਜੀ ਉਹਦੀ ਬਰਥਡੇ ਵੇ, ਸਿਰਫ ਸੀਟ ਹਾਸਲ ਕਰਨ ਲਈ। ਯਾਨੀ ਇਹਨਾਂ ਕੋਲ ਕੌਮੀ ਮਫਾਦ ਇਹ ਹੀ ਹੈ ਕਿ ਸਾਨੂੰ ਪਾਰਟੀ ਕਿਸੇ ਵੀ ਤਰੀਕੇ ਨਾਲ ਕੋਈ ਵੀ ਸਿਆਸੀ ਪਾਰਟੀ ਨਾਮੀਨੇਟ ਕਰ ਦੇ, ਉਹ ਉਹਨਾਂ ਨੂੰ ਇਸ ਨਾਲ ਨਹੀਂ ਕਿ ਅਸੀਂ ਕੰਮ ਕਰ ਸਕੀਏ। ਤੁਸੀਂ ਦੇਖ ਰਹੇ ਹੋ ਕਿ ਮਤਲਬ ਇਹ ਤਾਂ ਸਾਡੇ ਸਿਆਸੀ ਨੁਮਾਇੰਦਗੀ ਦਾ ਮਸਲਾ ਹੈ। ਸਾਡੇ ਤੇ ਇੱਕ ਹੋਰ ਬਹੁਤ ਮਸਲਾ ਹੈ ਔਰ ਉਹ ਅੱਜ ਕੱਲ੍ਹ ਕੁਛ ਪਿਛਲੇ ਅਰਸੇ ਤੋਂ ਜ਼ਿਆਦਾ ਤੇਜ਼ ਹੈ। 2020 ਦੀ ਨਿਸਬਤ 2021 ਦੇ ਵਿੱਚ, ਕਿਉਂਕਿ 22 ਦਾ ਤਾਂ ਹਾਲੇ ਸ਼ੁਰੂ ਹੋਇਆ ਅਤੇ 2020 ਦੀ ਨਿਸਬਤ 2021 ਦੇ ਵਿੱਚ ਜਿਹੜੀਆਂ ਸਾਡੀਆਂ ਬੱਚੀਆਂ ਦੀ ਅਬਡਕਸ਼ਨ ਹੈ, ਅਗਵਾ ਹੈ, ਜਿਹੜਾ ਸਾਡਾ ਬੱਚੀਆਂ ਚੱਕ ਲਈਆਂ ਜਾਂਦੀਆਂ ਨੇ ਘਰੋਂ, ਉਹਨਾਂ ਦੀ ਤਾਦਾਦ ਦੇ ਵਿੱਚ 2021 ਦੇ ਵਿੱਚ 2 ਗੁਣਾ ਹੋਇਆ। ਉਹਨੂੰ 2 ਗੁਣਾ ਹੋ ਗਈਆਂ ਨੇ ਤਾਦਾਦ, ਔਰ ਇਹ ਉਹ 2 ਗੁਣਾ ਹੈ ਜਿਹੜਾ ਰਜਿਸਟਰਡ ਹੈ। ਜਿਹੜਾ ਨੋਨ ਰਜਿਸਟਰਡ ਹੈ ਉਹਦਾ ਕੋਈ ਹਿਸਾਬ ਹੀ ਨਹੀਂ ਹੈ। ਯਾਨੀ ਜਬਰੀ ਉਹਦੇ ਬਾਅਦ ਫਿਰ ਹੋਇਆ ਇਹ ਵੇ ਕਿ ਜਿਹੜੀਆਂ ਛੋਟੀ ਉਮਰ ਦੀਆਂ ਕੁੜੀਆਂ ਨੇ ਉਹਨਾਂ ਨੂੰ ਅਗਵਾ ਕਰਕੇ ਔਰ ਉਹਨਾਂ ਦੇ ਨਾਲ ਫੌਰੀ ਤੌਰ 'ਤੇ ਸ਼ਾਦੀ ਕਰ ਲਈ ਜਾਂਦੀ ਹੈ। ਤੁਹਾਡੇ ਕਰਾਚੀ ਦਾ ਇੱਕ ਬਹੁਤ ਮਸ਼ਹੂਰ ਜਿਹੜਾ ਇੱਕ ਕੇਸ ਹੈ, ਆਰਜ਼ੂ ਰਾਜਾ ਦਾ ਕੇਸ ਹੈ, ਔਰ ਉਹਦੇ ਬਾਅਦ ਫਿਰ ਹੋਰ ਵੀ ਪੂਰੇ ਮੁਲਕ ਦੇ ਵਿੱਚ, ਕਿਉਂਕਿ CTS ਜਿਹੜਾ ਹੈ ਉਹ ਕੰਮ ਹੀ ਕ੍ਰਿਸਚਨ ਟਰੂ ਸਪਿਰਿਟ ਔਰਤਾਂ ਔਰ ਬੱਚੀਆਂ ਵਾਸਤੇ ਖਾਸ ਤੌਰ 'ਤੇ ਕਰਦਾ ਹੈ, ਅਤੇ ਇਹਨਾਂ ਦੇ ਕੋਲ ਤਾਂ ਬਹੁਤ ਵੱਡਾ ਡਾਟਾ ਵੀ ਮੌਜੂਦ ਹੈ। ਤੁਸੀਂ ਵੀ ਕਿਉਂਕਿ ਕ੍ਰਿਸਚਨ ਟਰੂ ਸਪਿਰਿਟ ਦੇ UK ਚੈਪਟਰ ਨੂੰ ਦੇਖਦੇ ਹੋ ਔਰ UK ਦੇ ਹਵਾਲੇ ਨਾਲ ਬਾਕੀ ਮਾਮਲਾਤ ਨੂੰ ਦੇਖਦੇ ਹੋ, ਅਤੇ ਮੈਨੂੰ ਤੁਸੀਂ ਦੱਸਣਾ ਪਸੰਦ ਕਰੋਗੇ ਕਿ ਜਬਰੀ ਮਜ਼ਹਬ ਤਬਦੀਲੀ ਦੇ ਉੱਤੇ ਕ੍ਰਿਸਚਨ ਟਰੂ ਸਪਿਰਿਟ ਔਰ ਖ਼ਾਸ ਤੌਰ 'ਤੇ ਸਲੀਮ ਖੁਰਸ਼ੀਦ ਖੋਖਰ ਸਾਹਿਬ ਦਾ ਕੀ ਕਹਿਣਾ ਹੈ? ਅਸੀਂ ਕਿਸੇ ਵੀ ਜ਼ਬਰ ਦੇ ਉੱਤੇ ਜਿਹੜਾ ਵੀ ਜ਼ਬਰਦਸਤੀ ਹੁੰਦਾ ਉਹਦੀ ਮਜ਼ੰਮਤ ਕਰਦੇ ਹਾਂ, ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਜੇ ਕੱਲ੍ਹ ਹੀ ਇੱਕ ਬੱਚੀ ਸ਼ੇਖੂਪੁਰਾ 'ਚ ਸਾਡੇ ਤੁਹਾਡੇ ਪ੍ਰੋਗਰਾਮ ਦੇ ਅਸਰ ਨਾਲ ਹੀ ਤੁਹਾਨੂੰ ਵੇਖਿਆ ਹੋਏਗਾ ਕਿ CTI ਨੇ ਉੱਥੇ ਕੰਮ ਕੀਤਾ, ਔਰ ਅਸੀਂ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ। ਲੇਕਿਨ ਇਹਦੇ ਨਾਲ ਇਹ ਤੁਸੀਂ ਤਾਂ ਡਾਟਾ ਦਿੱਤਾ 1920 ਦਾ, ਅਤੇ 99 ਤੋਂ ਪਹਿਲਾਂ ਦਾ ਵੇਖੋ, ਜਦੋਂ ਤੁਹਾਡੇ ਆਪਣੇ ਮੁੰਤਖਬ ਨੁਮਾਇੰਦੇ ਸਨ ਅਸੈਂਬਲੀਆਂ 'ਚ, ਉਦੋਂ ਇਹ ਤਨਾਸਬ ਕਿੰਨਾ ਸੀ। ਇਸੇ ਵਜ੍ਹਾ ਤੋਂ ਕਿਉਂਕਿ ਇਹਨਾਂ ਨੂੰ ਇਹ ਪਤਾ ਸੀ ਜਬਰ ਕਰਨ ਵਾਲਿਆਂ ਨੂੰ, ਇੰਤਹਾ ਪਸੰਦਾਂ ਨੂੰ, ਮੁਸਲਿਮ ਇੰਤਹਾ ਪਸੰਦਾਂ ਨੂੰ, ਕਿਉਂ ਕਿ ਅਗਰ ਇਹਨਾਂ ਦੀ ਬੱਚੀ ਕਿਡਨੈਪ ਕਰਾਂਗੇ ਤਾਂ ਉਹਨਾਂ ਦੇ ਨੁਮਾਇੰਦੇ ਅਸੈਂਬਲੀਆਂ 'ਚ ਸ਼ੋਰ ਪਾਉਣਗੇ। ਲੇਕਿਨ ਅੱਜ ਨਹੀਂ ਪਾਇਆ ਜਾਂਦਾ। ਇਸ ਵਜ੍ਹਾ ਤੋਂ ਉਹਨਾਂ ਨੂੰ ਖੁੱਲ੍ਹੀ ਛੁੱਟੀ ਹੈ ਕਿ ਉਹ ਆਪਣਾ ਸਾਡੀ ਮਾਸੂਮ ਬੱਚੀਆਂ ਨੂੰ ਵਰਗਲਾ ਲੈਣ ਜਾਂ ਚੁੱਕ ਕੇ ਲੈ ਜਾਣ। ਇਹਦੇ ਵਾਸਤੇ ਅਸੀਂ ਆਪਣੇ ਇਸ ਪਲੇਟਫਾਰਮ ਤੋਂ, ਕ੍ਰਿਸਚਨ ਟਰੂ ਸਪਿਰਿਟ ਦੇ ਪਲੇਟਫਾਰਮ ਤੋਂ, ਅਸੀਂ ਆਪਣੇ ਵਸਾਤ ਦੇ ਮੁਤਾਬਕ ਕੋਸ਼ਿਸ਼ ਕਰਦੇ ਹਾਂ ਔਰ ਬੱਚਿਆਂ ਨੂੰ ਰਿਕਵਰ ਵੀ ਕਰਾਇਆ ਤੁਹਾਡੇ ਸਾਹਮਣੇ, ਔਰ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੀ ਜਿੰਨੀ ਹੈਲਪ ਹੋ ਸਕਦੀ ਹੈ। ਲੇਕਿਨ ਅਗਰ ਇਹ ਹੀ ਆਵਾਜ਼ ਸਾਡੀ ਅਸੈਂਬਲੀਆਂ 'ਚ ਹੁੰਦੀ ਤਾਂ ਸ਼ਾਇਦ ਹੋਰ ਜ਼ਿਆਦਾ ਰੋਕਥਾਮ ਹੋ ਸਕਦੀ ਸੀ। ਸਲੀਮ ਸਾਹਿਬ, ਅਸੀਂ ਦੇਖਦੇ ਹਾਂ ਵੀ ਜਿਹੜੇ ਵੀ ਇੱਥੇ ਮਜ਼ਾਲਮ ਹੁੰਦੇ ਨੇ, ਮਿਸਾਲ ਦੇ ਤੌਰ 'ਤੇ ਅਸੀਂ ਜਬਰੀ ਮਜ਼ਹਬ ਤਬਦੀਲੀ ਦੀ ਗੱਲ ਕਰ ਰਹੇ ਹਾਂ ਜਾਂ ਜਿਹੜੀ ਛੋਟੀਆਂ ਬਾਲਾਂ ਦੇ ਬੱਚੀਆਂ ਦੇ ਅਗਵਾ ਦੀ ਗੱਲ ਕਰਦੇ ਹਾਂ, ਅਤੇ ਉਹਦੀ ਇੱਕ ਆਪਣੀ ਇੱਕ ਤਾਰੀਖ ਨਾਲ ਚੱਲ ਰਹੀ ਹੈ, ਔਰ ਪਾਕਿਸਤਾਨ ਦੇ ਵਿੱਚ ਸਟਰਗਲ ਕਰਨ ਵਾਲੇ ਕਾਫੀ ਸਾਰੀਆਂ ਆਵਾਜ਼ਾਂ ਨੇ ਜਿਹੜੇ ਕਰ ਵੀ ਰਹੇ ਨੇ। ਤੁਸੀਂ ਕਿਉਂਕਿ UK 'ਚ ਹੋ, ਤੁਸੀਂ ਬਾਹਰ ਹੋ, ਯੂਰਪ ਦੇ ਵਿੱਚ ਹੋ, ਔਰ ਪੂਰੇ ਯੂਰਪ ਦੇ ਵਿੱਚ ਕਿਉਂਕਿ ਤੁਸੀਂ ਟਰੈਵਲ ਵੀ ਕਰਦੇ ਹੋ, ਤੁਹਾਡਾ ਬਿਜ਼ਨਸ ਵੀ ਹੈ ਆਇਰਲੈਂਡ ਦੇ ਵਿੱਚ ਵੀ, ਜਰਮਨੀ ਦੇ ਵਿੱਚ ਵੀ, ਇੰਗਲੈਂਡ ਦੇ ਵਿੱਚ ਵੀ, ਮਤਲਬ ਤੁਸੀਂ ਸਾਰੇ ਜਗ੍ਹਾ 'ਤੇ ਫਿਰਦੇ ਰਹਿੰਦੇ ਹੋ। ਪਾਕਿਸਤਾਨ ਦੀ ਮਾਈਨੋਰਿਟੀਜ਼ ਦੀ ਜਿਹੜੀ
ਟਰੂ ਇੱਕ ਪਿਕਚਰ ਹੈ ਉਹ ਉੱਥੇ ਕੀ ਹੈ? ਮਤਲਬ ਅਸੀਂ ਤਾਂ ਇੱਥੇ ਸੁਣਨੇ ਹਾਂ ਕਦੀ ਕਦੀ ਕਿ ਜੀ ਪਾਕਿਸਤਾਨੀ ਜਿਹੜੇ ਨੇ ਉਹ ਜਿਹੜੀ ਮਾਈਨੋਰਿਟੀਜ਼ ਨੇ ਇੱਥੋਂ ਜਿਹੜੇ ਲੋਕ ਜਾਂਦੇ ਨੇ, ਕੁਛ ਸਾਡੇ ਨੁਮਾਇੰਦੇ, ਉਹ ਕਹਿੰਦੇ ਨੇ ਜੀ ਉੱਥੇ ਜਾ ਕੇ ਜੋ ਕਹਿੰਦੇ ਨੇ ਕਿ ਜੀ ਸਭ ਅੱਛਾ ਹੈ, ਸਭ ਅੱਛੇ ਦੀ ਰਿਪੋਰਟ ਦਿੰਦੇ ਨੇ। ਅਤੇ ਤੁਹਾਡੇ ਉੱਥੇ ਵਾਕਿਆ ਤਾਂ ਨਹੀਂ ਇਹ ਜਿਹੜੀ ਗੱਲ ਹੈ ਇਹ ਪੱਕੀ ਹੋ ਗਈ ਵੀ ਸਭ ਅੱਛਾ ਹੈ, ਜਾਂ ਤੁਹਾਡੀਆਂ ਉੱਥੇ ਆਵਾਜ਼ਾਂ ਹੈ ਨੇ? ਇਹ ਬਿਲਕੁਲ ਹਕੀਕਤ ਹੈ ਕਿ ਜ਼ਿਆਦਾਤਰ ਉਹ ਜਿਹੜੇ ਬੰਦੇ ਨੇ ਯਾਨੀ ਕਿ ਜਾਂਦੇ ਨੇ ਕਹਿੰਦੇ ਨੇ ਸਭ ਅੱਛਾ ਹੈ, ਲੇਕਿਨ ਉੱਥੇ ਆਵਾਜ਼ਾਂ ਮੌਜੂਦ ਨੇ। ਮੈਂ ਵੇਖਿਆ ਹੋਏਗਾ ਤੁਸੀਂ ਵੀਡੀਓ ਦੇ ਉੱਤੇ ਵੀ ਕਿ ਜਦੋਂ ਸਾਡੇ ਯਹੋਨਾਬਾਦ ਦੇ ਕੈਦੀਆਂ ਨੂੰ ਜਬਰੀ ਮਜ਼ਹਬ ਤਬਦੀਲ ਕਰਨਾ ਤੇ ਉੱਥੇ ਸਰਕਾਰੀ ਵਕੀਲ ਨੇ ਕਿਹਾ, ਅਤੇ ਉਦੋਂ ਮੈਂ BBC ਤੋਂ ਮੇਰਾ ਇੰਟਰਵਿਊ ਆਇਆ ਸੀ ਕਿ ਸਾਡੇ ਨਾਲ ਜ਼ੁਲਮ ਉੱਤੇ ਜ਼ਿਆਦਤੀ ਹੋ ਰਹੀ। ਅਤੇ ਗੱਲ ਹੈ ਕਿ ਇਸ ਤੁਸੀਂ ਚੂੰਕਿ ਕਾਫੀ ਜ਼ਿਆਦਾ ਸ਼ੇਰ ਕਹਿੰਦੇ ਹੋ, ਤਾਂ ਉਹ ਕਹਿੰਦਾ ਕਿ ਬੇਹਿੰਮਤੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਅਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਉਹ ਕਿਸੇ ਵੀ ਸ਼ਹਿਰ ਕਿਸੇ ਵੀ ਮੁਲਕ ਵਿੱਚ ਹੋਣ, ਜਿਨ੍ਹਾਂ ਆਵਾਜ਼ ਚੁੱਕਣੀ ਉਹਨਾਂ ਚੁੱਕਣੀ। ਅਸੀਂ ਤੁਹਾਡੇ ਮਤਲਬ ਕਿਉਂਕਿ ਕਾਫੀ ਅਰਸੇ ਤੋਂ ਬਾਅਦ ਸਾਡੇ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ ਔਰ ਤੁਸੀਂ ਸਾਡੇ ਨਾਲ ਗੱਲਬਾਤ ਕਰਦੇ ਪਏ ਹੋ। ਕਿਆ ਤੁਸੀਂ ਪਾਕਿਸਤਾਨ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਦੀ ਆਏ ਦਿਨ ਸ਼ਰ੍ਹਾਂ ਵੱਧ ਰਹੀ, ਔਰ ਖ਼ਾਸ ਤੌਰ 'ਤੇ ਅਕਲੀਅਤਾਂ ਵਾਸਤੇ ਜਿਹੜੇ ਰੋਜ਼ਗਾਰ ਦੇ ਬਾਕੀ ਦਰਵਾਜ਼ੇ ਬੰਦ ਕਰਕੇ ਅਤੇ ਖ਼ਾਸ ਤੌਰ 'ਤੇ ਇਸ਼ਤਿਹਾਰ ਦਿੱਤਾ ਜਾਂਦਾ ਹੈ ਕਿ ਫਲਾਣੀ ਨੌਕਰੀ ਜਿਹੜੀ ਹੈ, ਯਾਨੀ ਮੈਂ ਸਿੱਧਾ ਕਹਿ ਦਿੰਦਾ ਵੀ ਸਫਾਈ ਵਾਲੇ ਦੀ ਨੌਕਰੀ ਜਿਹੜੀ ਹੈ ਉਹ ਸਿਰਫ ਅਕਲੀਅਤਾਂ ਵਾਸਤੇ ਵੇ, ਅਤੇ ਬਾਕੀ ਨੌਕਰੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਫਿਰ ਟੋਟੇ ਪਾਏ ਜਾਂਦੇ ਨੇ, ਵਿਤਕਰੇ ਪਾਏ ਜਾਂਦੇ ਨੇ, ਅਤੇ ਫਿਰ ਬਾਕੀ ਮਾਮਲਾ। ਇਹਦਾ ਕੀ ਹੱਲ ਹੈ ਕਿ ਅਸੀਂ ਮੇਨ ਸਟਰੀਮ ਦੇ ਵਿੱਚ ਸ਼ਾਮਲ ਹੋ ਸਕੀਏ? ਇਹਦੇ ਵਾਸਤੇ ਲੀਡਰਸ਼ਿਪ, ਅਗਰ ਲੀਡਰਸ਼ਿਪ ਹੈ ਤਾਂ ਸਭ ਕੁਛ ਹੈ। ਕਿਉਂਕਿ ਪਾਕਿਸਤਾਨ ਦੀ ਜਿਹੜੀ ਕ੍ਰਿਸਚਨ ਕਮਿਊਨਿਟੀ ਹੈ ਇਹ ਲੀਡਰਸ਼ਿਪ ਤੋਂ ਮਹਿਰੂਮ ਹੈ। ਇਸ ਵਕਤ ਵੀ ਪਾਰਟੀਆਂ ਨੇ ਨਾਮੀਨੇਟ ਜਿਨ੍ਹਾਂ ਨੂੰ ਕੀਤਾ ਹੁੰਦਾ ਕਿ ਜੀ ਇਹ ਸਾਡਾ ਫਲਾਣਾ ਸਦਰ ਜੇ ਅਤੇ ਫਲਾਣਾ ਆਇਆ ਜੇ, ਅਤੇ ਉਹ ਇਹਨੇ ਕਿਉਂਕਿ ਲੀਡਰਸ਼ਿਪ ਜਿਹੜੀ ਹੈ ਉਹ ਕਿਸੇ ਨੂੰ ਜਵਾਬਦੇਹ ਨਹੀਂ। ਜਦੋਂ ਆਵਾਮ ਦੇ ਵਿੱਚੋਂ ਜਮਹੂਰੀਅਤ ਉਹਦਾ ਨਾਂ ਹੈ ਕਿ ਆਵਾਮ ਦੇ ਵਿੱਚੋਂ ਆਵਾਮ ਦੇ ਲਈ, ਅਤੇ ਜਦੋਂ ਆਵਾਮ ਦੇ ਵਿੱਚੋਂ ਲੋਕ ਆਉਣਗੇ ਆਵਾਮ ਲਈ ਆਉਣਗੇ ਤਾਂ ਉਹ ਸਾਰੀ ਇਹ ਚੀਜ਼ਾਂ ਦੀ ਰੋਕਥਾਮ ਕਰਨਗੇ। ਮੈਂ ਮਤਲਬ ਤੁਹਾਡੇ ਕੀਮਤੀ ਵਕਤ ਦਾ ਸ਼ੁਕਰਗੁਜ਼ਾਰ ਹਾਂ, ਲੇਕਿਨ ਮੈਂ ਇੱਕ ਬੜਾ ਸਲੀਮ ਖੁਰਸ਼ੀਦ ਖੋਖਰ ਸਾਹਿਬ ਕੋਲੋਂ ਮੈਂ ਉਮੀਦ ਰੱਖਾਂ ਕਿ ਤੁਸੀਂ ਦੁਬਾਰਾ ਇੱਥੋਂ ਦੀ ਲੀਡਰਸ਼ਿਪ ਜਿਹੜੀ ਹੈ ਸਾਡੀ ਮਾਈਨੋਰਿਟੀ ਦੀ, ਉਹਦੀ ਬਾਗਡੋਰ ਸੰਭਾਲੋਗੇ। ਜਿਹੜੀ ਸੀਟ ਦੇ ਨਾਲ, ਜਿਹੜੇ ਅਹੁਦੇ ਦੇ ਨਾਲ ਤੁਸੀਂ ਇਨਸਾਫ ਨਾ ਕਰ ਸਕੋ, ਉਹ ਅਹੁਦੇ ਨਾਲ ਚੰਬੜ ਰਹਿਣਾ ਅੱਛਾ ਨਹੀਂ। ਮੈਨੂੰ ਅੱਜ ਵੀ ਬਾਜ਼ ਪਾਰਟੀਆਂ ਵੱਲੋਂ ਆਫਰ ਹੈ ਕਿ ਮੈਂ ਆ ਕੇ ਕੰਮ ਕਰਾਂ, ਤਾਂ ਸ਼ਾਇਦ ਮੈਨੂੰ ਸੈਨੇਟ ਦੀ ਜਾਂ ਦੂਸਰੀਆਂ ਸੀਟਾਂ ਵੀ ਆਫਰ ਕਰ ਸਕਦੇ ਨੇ, ਲੇਕਿਨ ਮੈਂ ਸਮਝਦਾ ਕਿ ਮੈਂ ਇੱਕ ਬੋਝ ਹੋਵਾਂਗਾ, ਕਿਉਂਕਿ ਮੈਂ ਆਪਣੀ ਉਮਰ ਦੇ ਇਸ ਹਿੱਸੇ 'ਚ ਸ਼ਾਇਦ ਓਨਾ ਐਕਟਿਵ ਹੋ ਕੇ ਕੰਮ ਨਹੀਂ ਕਰ ਸਕਦਾ। ਬੜੇ ਹੀ ਖੂਬਸੂਰਤ ਤਰੀਕੇ ਨਾਲ ਤੁਸੀਂ ਮਤਲਬ ਐਡੀ ਵੱਡੀ ਜਿਹੜੀ ਗੱਲ ਹੈ, ਕਿਉਂਕਿ ਮੈਨੂੰ ਪਤਾ ਸੀ ਇਸ ਗੱਲ ਦਾ, ਅਸੀਂ ਪਹਿਲੇ ਵੀ ਤੁਹਾਡੇ ਕੁਝ ਦੋਸਤਾਂ ਨਾਲ ਇੱਥੇ ਗੱਲਬਾਤ ਤੁਹਾਡੇ ਮੁਤਲਕ ਕਰਦੇ ਰਹਿੰਦੇ ਹਾਂ, ਔਰ ਮੈਨੂੰ ਪਤਾ ਸੀ ਕਿ ਤੁਹਾਨੂੰ ਆਫਰਸ ਨੇ, ਮੈਂ ਇਸੇ ਕਰਕੇ ਇਹ ਗੱਲ ਕੀਤੀ। ਔਰ ਤੁਸੀਂ ਬੜੇ ਬਹਾਦਰ ਆਦਮੀ ਹੋ ਜਿਨ੍ਹਾਂ ਨੇ ਇਹ ਗੱਲ ਕਹਿ ਦਿੱਤੀ ਕਿ ਮੈਂ ਨਹੀਂ ਚਾਹੁੰਦਾ, ਵਰਨਾ ਤੇ ਲੋਕੀ ਮਤਲਬ ਇੱਥੇ ਕੌਂਸਲਰ ਦੀ ਸੀਟ ਨਹੀਂ ਛੱਡਦੇ। ਨਵੇਂ ਲੋਕ ਅੱਗੇ ਆਉਣ, ਲੀਡਰਸ਼ਿਪ ਆਏ, ਅਤੇ ਅੱਜ ਨਹੀਂ ਤਾਂ ਕੱਲ੍ਹ ਵੀ ਤਾਂ ਉਹਨਾਂ ਆਉਣਾ ਹੀ ਹੈ ਨਾ। ਅਤੇ ਜੇ ਅਸੀਂ ਆਪਣੀ ਅੱਖਾਂ ਨਾਲ ਉਹਨਾਂ ਨੂੰ ਵੇਖਾਂਗੇ ਅੱਗੇ ਵੱਧਦਿਆਂ ਹੋਇਆਂ ਤਾਂ ਸਾਨੂੰ ਜ਼ਿਆਦਾ ਖੁਸ਼ੀ ਹੋਏਗੀ। ਅਤੇ ਜੇ ਮੈਂ ਹੀ ਚੰਬੜਿਆ ਰਹਾਂਗਾ ਤਾਂ ਉਹ ਫਿਰ ਹਮੇਸ਼ਾ ਲਈ ਅਸਾਂ ਹੀ ਚੰਬੜਿਆ ਰਹਿਣਾ, ਤਾਂ ਉਹਦੇ 'ਚ ਨਵਾਂ ਤਜਰਬਾ ਕਿਵੇਂ ਆਏਗਾ, ਕਿਵੇਂ ਅਸੀਂ ਸਿੱਖਾਂਗੇ? ਅਗਰ ਸਾਨੂੰ ਸਿਰਫ ਪ੍ਰੋਬਲਮ ਇਹ ਵੇ ਕਿ ਅਸੀਂ ਆਪਣੀ ਜ਼ਾਤ ਲਈ, ਜਿਹੜਾ ਖੁਦਾਵੰਦ ਯਿਸੂ ਮਸੀਹ ਨੇ ਕਿਹਾ ਸੀ ਨਾ ਕਿ ਯਾਨੀ ਕਿ ਮੂਸਾ ਨੇ ਮੈਂ ਕਿਹਾ ਸੀ, ਅਤੇ ਇਸਰਾਈਲ ਜਿਹੜੀ ਹੈ ਉਹ ਨਹੀਂ ਇਸਰਾਈਲ ਵਿੱਚ ਹਜ਼ਰਤ ਮੂਸਾ ਨਹੀਂ ਜਾ ਸਕਿਆ, ਸਿਰਫ ਇੱਕ ਲਫ਼ਜ਼ ਮੈਂ ਤੋਂ, ਅਤੇ ਸਾਡੇ 'ਚੋਂ ਮੈਂ ਖ਼ਤਮ ਹੀ ਨਹੀਂ ਹੁੰਦੀ। ਅਤੇ ਤਰੱਕੀ ਦਾ ਰਾਹ ਇੱਕ ਹੀ ਹੈ ਕਿ ਆਪਣੇ 'ਚੋਂ ਮੈਂ ਖ਼ਤਮ ਕਰੋ ਅਤੇ ਅਸੀਂ ਅੱਗੇ ਵਧੀਏ। ਇਹ ਬੜੇ ਵੱਡੇ ਦਿਲ ਗੁਰਦੇ ਦੀ ਗੱਲ ਹੈ ਕਿ ਕਿਸੇ ਦੂਸਰੇ ਲਈ ਆਪਣੇ ਆਪ ਨੂੰ ਰਾਹ ਤੋਂ ਹਟਾਉਣਾ ਤਾਂ ਕਿ ਦੂਜਿਆਂ ਲਈ ਰਾਹ ਸਿੱਧਾ ਹੋਵੇ, ਔਰ ਰਾਹ ਸਿੱਧਾ ਕਰਨ ਦਾ ਸਭ ਤੋਂ ਅੱਛਾ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਉਸ ਰਾਹ ਨੂੰ ਸਿੱਧਾ ਕਰਨ ਵਾਲੇ ਬਣ ਜਾਓ, ਨਾ ਕਿ ਤੁਸੀਂ ਇਹ ਉਮੀਦ ਕਰੋ ਕਿ ਲੋਕ ਤੁਹਾਡੇ ਲਈ ਰਾਹ ਸਿੱਧਾ ਕਰਨ ਔਰ ਤੁਸੀਂ ਲੰਘ ਕੇ ਅੱਗੇ ਜਾਓ। ਸਲੀਮ ਸਾਹਿਬ, ਅਸੀਂ ਤੁਹਾਡੇ ਇਸ ਗੱਲ ਲਈ ਤੇ ਬੜੇ ਸ਼ੁਕਰਗੁਜ਼ਾਰ ਹਾਂ। ਮੇਰਾ ਆਖਰੀ ਸਵਾਲ ਹੈ ਨੈਸ਼ਨਲ ਨਿਊਜ਼ ਵਾਸਤੇ, ਅੱਜ ਦੇ ਇੰਟਰਵਿਊ ਵਾਸਤੇ, ਕਿ ਨੈਸ਼ਨਲ ਨਿਊਜ਼ ਦੀ ਸਕਰੀਨ ਤੁਹਾਡੇ ਕੋਲ ਹੈ ਔਰ ਨੈਸ਼ਨਲ ਨਿਊਜ਼ ਦੇ ਸਾਰੇ ਵੀਵਰਸ ਵੀ ਤੁਹਾਡੇ ਕੋਲ ਨੇ, ਨੌਜਵਾਨਾਂ ਲਈ ਔਰ ਖ਼ਾਸ ਤੌਰ 'ਤੇ ਮਸੀਹੀ ਨੌਜਵਾਨਾਂ ਲਈ, ਔਰ ਮਸੀਹੀ ਨੌਜਵਾਨ ਬੱਚੇ ਔਰ ਬੱਚੀਆਂ ਲਈ ਖ਼ਾਸ ਤੌਰ 'ਤੇ, ਜਿਹੜੇ ਸਿਆਸਤ 'ਚ ਆਉਣਾ ਚਾਹੁੰਦੇ ਨੇ, ਜਿਹੜੇ ਲੀਡਰਸ਼ਿਪ 'ਚ ਆਉਣਾ ਚਾਹੁੰਦੇ ਨੇ, ਜਿਹੜੇ ਅੱਗੇ ਵਧਣਾ ਚਾਹੁੰਦੇ ਨੇ, ਜਿਹੜੇ ਤਾਲੀਮ 'ਚ ਅੱਗੇ ਵਧਣਾ ਚਾਹੁੰਦੇ ਨੇ ਜਾਂ ਕਿਸੇ ਵੀ ਸ਼ੋਬੇ 'ਚ ਅੱਗੇ ਵਧਣਾ ਚਾਹੁੰਦੇ ਨੇ, ਉਹਨਾਂ ਲਈ ਕੋਈ ਨਸੀਹਤ, ਔਰ ਅਮੂਮੀ ਤੌਰ 'ਤੇ ਸਾਡੇ ਸਾਰੇ ਮਸੀਹੀਆਂ ਲਈ ਅਗਰ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ, ਕੋਈ ਪੈਗਾਮ ਦੇਣਾ ਚਾਹੁੰਦੇ ਹੋ? ਮੈਂ ਸ਼ੁਕਰਗੁਜ਼ਾਰ ਹਾਂ
ਔਰ ਮੈਂ ਆਪਣੇ ਲੋਕਾਂ ਨੂੰ ਇਹ ਕਹਿਣਾ ਕਿ ਆਪਣੇ ਵਿੱਚੋਂ ਇੱਕ ਉਮੀਦ ਨਾ ਖ਼ਤਮ ਕੀਤੀ ਜਾਏ। ਜਿਹਦੇ ਕੋਲ ਉਮੀਦ ਨਹੀਂ ਉਹਦੇ ਕੋਲ ਕੁਛ ਵੀ ਨਹੀਂ, ਅਤੇ ਲਿਹਾਜ਼ਾ ਹਰ ਹਾਲਾਤ ਦੇ ਵਿੱਚ ਮੁਕਾਬਲਾ ਕੀਤਾ ਜਾਏ, ਹਰ ਹਾਲਾਤ ਵਿੱਚ ਸਟਰਗਲ ਕੀਤੀ ਜਾਏ। ਔਰ ਇੰਸ਼ਾਅੱਲਾ ਅਸੀਂ ਸਮਝਾਂਗੇ ਕਿ ਜਦੋਂ ਅਸੀਂ ਇਹ ਸਟਰਗਲ ਕਰਾਂਗੇ, ਔਰ ਅਸੀਂ ਬੜੇ ਮੈਂ ਪੁਰ ਉਮੀਦ ਹਾਂ, ਕਿਉਂਕਿ ਅੱਜ ਦੇ ਨੌਜਵਾਨ ਜਿਹੜੇ ਨੇ ਜਿਵੇਂ ITA 'ਚ ਨੇ ਔਰ ਤਾਲੀਮ ਹਾਸਲ ਕਰ ਰਹੇ ਨੇ, ਅੱਗੇ ਵਧ ਰਹੇ ਨੇ, ਅਤੇ ਮੈਂ ਸਮਝਦਾ ਕਿ ਸਾਡਾ ਰੋਸ਼ਨ ਮੁਸਤਕਬਲ ਤਾਲੀਮ ਵਿੱਚ। ਨਾਜ਼ਰੀਨ, ਤੁਸੀਂ ਸਲੀਮ ਖੁਰਸ਼ੀਦ ਖੋਖਰ ਸਾਹਿਬ ਐਡਵੋਕੇਟ ਦੀ ਗੁਫ਼ਤਗੂ ਸੁਣੀ ਹੈ, ਗੱਲਬਾਤ ਸੁਣੀ ਹੈ। ਅਸੀਂ ਉਹਨਾਂ ਦੇ ਨਾਲ ਜਿਹੜੇ ਮੁਖਤਲਿਫ ਅਦਵਾਰ ਨੇ ਉਹਨਾਂ ਦੀ ਜ਼ਿੰਦਗੀ ਦੇ, ਉਹਨਾਂ ਦੇ ਮੁਤਲਕ ਗੱਲਬਾਤ ਕੀਤੀ ਹੈ। ਔਰ ਅਸੀਂ ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਇੱਕ ਦੋ ਚੀਜ਼ਾਂ ਨੇ ਜਿਨ੍ਹਾਂ 'ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ, ਔਰ ਉਹ ਇਹ ਇਹਨਾਂ ਦੀ ਖਾਸ ਤੌਰ 'ਤੇ ਜਿਹੜੀ ਕਮਿਊਨਲ ਪ੍ਰੋਪਰਟੀਜ਼ ਦੇ ਉੱਤੇ ਇਹਨਾਂ ਦੀ ਸਟਰਗਲ ਹੈ, ਜਿਵੇਂ YMCA ਕਰਾਚੀ ਔਰ ਬਾਕੀ ਜਿਹੜੇ ਕੁਛ ਇਦਾਰੇ ਨੇ, ਜਿਸ ਤਰ੍ਹਾਂ ਇਹਨਾਂ ਨੇ ਸਕੂਲਾਂ ਦਾ ਜ਼ਿਕਰ ਕੀਤਾ, ਕੁਛ ਹੋਰ ਚੀਜ਼ਾਂ ਦਾ ਜ਼ਿਕਰ ਕੀਤਾ। ਅਸੀਂ ਉਹਨਾਂ ਦੀ ਅਗਲਾ ਜਿਹੜਾ ਐਪੀਸੋਡ ਇਹਨਾਂ ਦੇ ਨਾਲ ਕਰਾਂਗੇ, ਉਹਦੇ 'ਚ ਅਸੀਂ ਇਹਨਾਂ ਦੀ ਉਹ ਚੀਜ਼ਾਂ ਵੀ ਤੁਹਾਨੂੰ ਲੈ ਕੇ ਦਿਆਂਗੇ ਔਰ ਵਿਖਾਵਾਂਗੇ ਜਿਹੜੀਆਂ ਇਹਨਾਂ ਨੇ ਸਟਰਗਲ ਕੀਤੀ ਔਰ ਅੱਜ ਉਹ ਉੱਥੇ ਮੌਜੂਦ ਨੇ। ਮੈਂ ਸਮਝਦਾ ਹਾਂ ਕਿ ਅਗਰ ਜਿਹੜਾ ਮੂਸਾ ਹੈ, ਜਿਸ ਤਰ੍ਹਾਂ ਇਹਨਾਂ ਨੇ ਮੂਸਾ ਦੀ ਮਿਸਾਲ ਦਿੱਤੀ, ਅਗਰ ਮੂਸਾ ਨਹੀਂ ਹਟੇਗਾ ਤਾਂ ਯਸ਼ਵਾ ਕਦੀ ਅੱਗੇ ਨਹੀਂ ਆਏਗਾ। ਔਰ ਅਗਰ ਯਸ਼ਵਾ ਜਿਹੜਾ ਹੈ ਉਹ ਪ੍ਰੋਪਰ ਲੀਡਰਸ਼ਿਪ ਜਿਹੜੀ ਹੈ ਕਬੀਲਿਆਂ 'ਚ ਨਾ ਵੰਡੇ, ਨੌਜਵਾਨਾਂ 'ਚ ਨਾ ਵੰਡੇ, ਅਤੇ ਉਸ ਹਿਸਾਬ ਨਾਲ ਫਿਰ ਜਿਹੜਾ ਹੈ ਉਹ ਅੱਗੇ ਲੀਡਰਸ਼ਿਪ ਦਾ ਜਿਹੜਾ ਫੁਕਦਾਨ ਵੱਧਦਾ ਜਾਏਗਾ। ਜਿਵੇਂ ਕਿ ਹੁਣ ਅਸੀਂ ਮਾਈਨੋਰਿਟੀਜ਼ ਨੂੰ ਵੇਖਦੇ ਹਾਂ ਕਿ ਅੱਜ ਕੱਲ੍ਹ ਜਿਹੜਾ ਸਿਆਸੀ ਔਰ ਸਮਾਜੀ ਔਰ ਖ਼ਾਸ ਤੌਰ 'ਤੇ ਲੀਡਰਸ਼ਿਪ ਦੇ ਬਾਂਝਪਨ ਦਾ ਸ਼ਿਕਾਰ ਹੈ। ਖੁਦਾ ਕਰੇ ਕਿ ਅਸੀਂ ਸਾਰੇ ਜਣੇ ਰਲ ਕੇ ਅਤੇ ਆਪਣੀ ਆਪਣੀ ਜਿਹੜੀ ਅਨਾਹ ਹੈ, ਆਪਣੀ ਆਪਣੀ ਮੈਂ ਜਿਹੜੀ ਹੈ ਉਹਨੂੰ ਤੋੜੀਏ ਔਰ ਸਲੀਮ ਖੁਰਸ਼ੀਦ ਖੋਖਰ ਵਾਂਗੂ ਦੂਜਿਆਂ ਲਈ ਰਾਹ ਸਿੱਧਾ ਕਰਨ ਵਾਲੇ ਬਣੀਏ। ਔਰ ਉਹ ਜਿਹੜਾ ਮੁਕੱਦਸ ਯੂਹੰਨਾ ਦਾ ਇੱਕ ਐਡਾ ਵੱਡਾ ਪੈਗਾਮ ਹੈ ਉਹਨੂੰ ਯਾਦ ਰੱਖੀਏ। ਉਹਨੇ ਕਿਹਾ ਕਿ ਜਿਹੜਾ ਆਉਣ ਵਾਲਾ ਹੈ ਉਹ ਆਉਂਦਾ ਹੈ, ਅਤੇ ਜਿਹੜੇ ਟੀਲੇ ਨੇ ਉਹ ਨੀਵੇਂ ਕੀਤੇ ਜਾਣ ਔਰ ਜਿਹੜਾ ਨੀਵਾਂ ਹੈ ਉਹਨੂੰ ਉੱਚਾ ਕੀਤਾ ਜਾਏ। ਇਹ ਇੰਝ ਹੀ ਹੈ ਕਿ ਜਿਹੜਾ ਗਰੂਰ ਨਾ ਭਰਿਆ ਉਹਨੂੰ ਜ਼ਰਾ ਥੱਲੇ ਲਾਇਆ ਜਾਏ ਔਰ ਜਿਹੜਾ ਵਿਚਾਰਾ ਮਾੜਾ ਹੈ ਉਹਨੂੰ ਜ਼ਰਾ ਚੱਕਿਆ ਜਾਏ। ਸੋ CTS ਔਰ ਸਲੀਮ ਖੁਰਸ਼ੀਦ ਖੋਖਰ ਔਰ ਇਹਨਾਂ ਦੀ ਸਾਰੀ ਟੀਮ ਜਿਹੜੀ ਪੂਰੀ ਦੁਨੀਆ 'ਚ ਕੰਮ ਕਰਦੀ ਹੈ, ਉਹ ਇਹੋ ਹੀ ਕਰਦੀ ਹੈ। ਉਹ ਮਾੜਿਆਂ ਨੂੰ ਚੁੱਕਦੀ ਹੈ ਔਰ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਖਿੱਚ ਕੇ ਜ਼ਰਾ ਥੱਲੇ ਕਰਦੀ ਹੈ। ਤੁਸੀਂ ਅਗਰ ਇਹਨਾਂ ਦੇ ਨਾਲ ਹੋ ਅਤੇ ਜਿੱਥੇ ਜਿੱਥੇ ਵੀ ਹੋ, ਇਸ ਕੰਮ ਨੂੰ ਜਾਰੀ ਰੱਖੋ ਔਰ ਇਸ ਪੈਗਾਮ 'ਤੇ ਅਮਲ ਕਰੋ। ਅੱਜ ਦੀ ਗੱਲ ਨੂੰ ਇੱਥੇ ਮੁਕਾਉਂਦੇ ਹਾਂ। ਰੱਬ ਰਾਖਾ।